ਇੰਜੀਨੀਅਰ ਰਣਬੀਰ ਸਿੰਘ ਰੰਧਾਵਾ YouTube ਚੈਨਲ। ਅੱਜ ਫਿਰ ਅਸੀਂ ਖੇਤੀ ਖੋਜ ਤਕਨੀਕਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਕਿਸਾਨ ਵੀਰੋ ਤੇ ਦਰਸ਼ਕੋ, ਅੱਜ ਅਸੀਂ ਪਿੰਡ ਭਾਮੜੀ ਨੇੜੇ ਹਰਚੋਵਾਲ ਬਲਾਕ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਹੁੰਚੇ ਹਾਂ। ਮੇਰੇ ਨਾਲ ਬਹੁਤ ਹੀ ਪ੍ਰੋਗਰੈਸ ਫਾਰਮਰ, ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਕਾਫੀ ਵਧੀਆ ਇਹਨਾਂ ਦਾ ਨਾਮ ਆ। ਕਾਫੀ ਕਿਸਾਨ ਵੀਰ ਜਾਂ ਕਾਫੀ ਪ੍ਰੋਗਰੈਸ ਫਾਰਮਰ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ। ਭਾਮੜੀ ਤੋਂ ਨੇ। ਇਹਨਾਂ ਨੇ ਆਪਣਾ ਇੱਕ ਬਹੁਤ ਵਧੀਆ ਫਾਰਮ ਜਿਹੜਾ ਇੱਥੇ ਸਟੈਬਲਿਸ਼ ਕੀਤਾ ਵਾ ਔਰ ਹਰ ਤਰ੍ਹਾਂ ਦੀ ਜਿਹੜੀ ਆ ਫਸਲ ਆ, ਜਿਹਨੂੰ ਆਪਾਂ ਖੇਤੀ ਦੇ ਵਿੱਚ ਜਿਹੜੀ ਸਾਨੂੰ ਘਰਾਂ ਦੇ ਵਿੱਚ ਲੋੜੀਂਦੀਆਂ ਨੇ ਚੀਜ਼ਾਂ, ਫਸਲਾਂ ਨੇ ਜਾਂ ਸਾਡੇ ਕੋਲੋਂ ਮੇਨ ਫਸਲਾਂ ਜਿਹੜੀਆਂ ਜਿਸ ਤਰ੍ਹਾਂ ਆਪਾਂ ਇੱਥੇ ਬੀਜਦੇ ਹਾਂ ਆਪਣੇ ਖੇਤਾਂ ਦੇ ਵਿੱਚ, ਬਹੁਤ ਹੀ ਵਧੀਆ ਤਰੀਕੇ ਨਾਲ ਸੁਚੱਜੀ ਜਿਹੜੀ ਆ ਖੇਤੀਬਾੜੀ ਕਰ ਰਹੇ ਆ। ਔਰ ਇੱਕ ਪਲੱਸ ਪੁਆਇੰਟ ਹੈ ਕਿ ਆਪਣੀ ਫਸਲਾਂ ਦੀ ਵੈਲਿਊਡੇਸ਼ਨ ਕਰਕੇ ਉਹਦੇ ਵਿੱਚ ਆਪਣੇ ਲੈਵਲ 'ਤੇ ਹੀ ਇਹ ਜਿਹੜਾ ਸੇਲ ਪੁਆਇੰਟ ਬਣਾ ਕੇ ਇਹ ਸੇਲ ਵੀ ਕਰਦੇ ਆ। ਸੋ ਹਰਵਿੰਦਰ ਸਿੰਘ ਜੀ, ਜਿਵੇਂ ਤੁਹਾਡੇ ਬਾਰੇ ਕੋਈ ਮੈਂ ਕਹਿੰਦਾ ਕਿ ਜੇ ਦੱਸਾਂ ਕਿਸੇ ਨੂੰ ਤਾਂ ਬਹੁਤ ਜ਼ਰੂਰਤ ਨਹੀਂ ਹੈਗੀ। ਤੁਹਾਡਾ ਨਾਂ ਬੜਾ ਅੱਛਾ ਜਾਣਿਆ ਪਛਾਣਿਆ ਪੰਜਾਬ ਦੇ ਵਿੱਚ, ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਹੋ ਤੁਸੀਂ। ਜਿਹੜੀ ਆਪਣੀ ਖੇਤੀ ਆ ਇਹ ਕਿਵੇਂ ਦੀ ਤੁਸੀਂ ਇੱਥੇ ਕਰ ਰਹੇ ਹੋ ਅਤੇ ਕਿਵੇਂ ਦਾ ਤੁਹਾਡਾ ਮੇਨ ਖੇਤੀ ਦਾ ਕਿਵੇਂ ਦਾ ਤੁਹਾਡਾ ਆਪਣਾ ਕਾਰੋਬਾਰ ਚੱਲ ਰਿਹਾ ਵਾ, ਤੁਸੀਂ ਆਪਣੇ ਹੀ ਸ਼ਬਦਾਂ ਦੇ ਵਿੱਚ ਡਿਟੇਲ ਦੱਸੋ। ਹਾਂਜੀ, ਮੇਰਾ ਨਾਮ ਹਰਿੰਦਰ ਸਿੰਘ ਰਿਆੜ, ਪਿੰਡ ਭਾਮੜੀ, ਜ਼ਿਲ੍ਹਾ ਗੁਰਦਾਸਪੁਰ। ਮੈਂ ਇੱਥੇ ਕਰੀਬ 100 ਏਕੜ ਦੀ ਖੇਤੀ ਕਰਦਾ ਜੀ, ਜਿਹਦੇ 'ਚ ਸਾਡੇ ਕੋਲ 50 ਏਕੜ ਆਪਣੇ ਨੇ ਔਰ ਬਾਕੀ ਅਸੀਂ 50 ਏਕੜ ਜ਼ਮੀਨ ਜਿਹੜੀ ਉਹ ਠੇਕੇ 'ਤੇ ਲਈ ਹੋਈ ਹੈ। ਠੀਕ ਆ। ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਆ ਉਹ ਬਹੁਤ ਵਧੀਆ ਪੈਦਾਵਾਰ ਵੀ ਹੁੰਦੀ ਆ ਅਤੇ ਸਾਡੇ ਏਰੀਏ 'ਚ ਗੰਨਾ ਮਿੱਲਾਂ ਵੀ ਜਿਹੜੀਆਂ ਉਹ ਕਾਫੀ ਨੇ। ਜਿੱਥੇ ਅਸੀਂ ਸਾਡਾ ਫਾਰਮ ਆ, ਇੱਥੋਂ ਲਗਭਗ 40 ਕਿਲੋਮੀਟਰ ਦੇ ਏਰੀਏ 'ਚ ਸਾਨੂੰ 8-9 ਮਿੱਲਾਂ ਗੰਨੇ ਦੀਆਂ ਜਿਹੜੀਆਂ ਉਹ ਪੈਂਦੀਆਂ, ਜਿਹਦੇ 'ਚ 4 ਮਿੱਲਾਂ ਸਾਡੇ ਕੋਲ ਚੰਗੀਆਂ ਵੱਡੀਆਂ ਪ੍ਰਾਈਵੇਟ ਨੇ, ਬਾਕੀ ਕੋਆਪਰੇਟਿਵ ਮਿੱਲਾਂ ਵੀ ਜਿਹੜੀਆਂ ਨੇ ਉਹ ਹੈਗੀਆਂ, ਜਿਹਦੇ ਕਰਕੇ ਸਾਡੇ ਚੰਗਾ ਇੱਥੇ ਗੰਨੇ ਦੀ ਪੈਦਾਵਾਰ ਵੀ ਵਧੀਆ, ਰਿਕਵਰੀ ਵਧੀਆ ਨਿਕਲਦੀ ਆ ਅਤੇ ਸਾਨੂੰ ਇਹਦੇ 'ਚ ਅਸੀਂ ਇਹਦੇ ਤੋਂ ਵਧੀਆ ਜਿਹੜੀ ਆ ਉਹ ਕਣਕ ਝੋਨੇ ਦੇ ਜਿਹੜਾ ਚੱਕਰ ਆ ਉਹਦੇ 'ਚੋਂ ਸਾਨੂੰ ਨਿਕਲਣਾ ਜਿਹੜਾ ਵਾ ਉਹ ਆਸਾਨ ਆ, ਕਿਉਂਕਿ ਸਾਨੂੰ ਸਾਡੇ ਨੇੜੇ ਮਿੱਲ ਪੈਂਦੀ ਆ। ਸਾਡੇ ਲਾਗੇ ਚੱਡਾ ਸ਼ੂਗਰ ਮਿੱਲ ਇੱਥੋਂ ਕੀੜੀ ਫਗਾਨਾ ਲਗਭਗ 8-9 ਕਿਲੋਮੀਟਰ ਆ, ਜਿੱਥੇ ਅਸੀਂ ਗੰਨਾ ਲੈ ਕੇ ਜਾਂਦੇ ਹਾਂ। 50 ਏਕੜ ਗੰਨੇ ਦੀ ਖੇਤੀ ਕਰੀਦੀ ਆ, ਜਿਹਦੇ ਵਿੱਚ ਟਰੈਂਚ ਮੈਥਡ ਦੇ ਨਾਲ ਸਾਰੀ ਖੇਤੀ ਕਰੀਦੀ ਆ। ਕਿਉਂਕਿ ਜਿਹੜੀ ਟਰੈਂਚ ਮੈਥਡ ਤਕਨੀਕ ਆ ਉਹਦੇ ਨਾਲ ਸਾਨੂੰ ਝਾੜ ਵਧੀਆ ਮਿਲਦਾ, ਸਾਡਾ ਜਿਹੜਾ ਲਾਗਤ ਖਰਚਾ ਉਹ ਘਟਦਾ ਅਤੇ ਇਹਦੇ ਵਿੱਚ ਜਿਹੜਾ ਗੈਪ ਆ ਉਹ 4-4.5 ਫੁੱਟ ਹੋਣ ਕਰਕੇ ਅਸੀਂ ਉਹਦੇ ਵਿੱਚ ਜਿਹੜੀਆਂ ਦਾਲਾਂ, ਸਬਜ਼ੀਆਂ ਜਾਂ ਹੋਰ ਫਸਲਾਂ ਜਿਵੇਂ ਕਣਕ, ਸਰੋਂ, ਤੋਰੀਆ ਔਰ ਦਾਲਾਂ, ਮਸਰ, ਛੋਲੇ, ਇੱਦਾਂ ਅਸੀਂ ਉਹਦੇ 'ਚ ਬੀਜਦੇ ਹਾਂ। ਇੰਟਰਕ੍ਰੋਪਿੰਗ ਕਰਦੇ ਹੋ ਤੁਸੀਂ ਨਾਲ? ਇੰਟਰਕ੍ਰੋਪਿੰਗ ਕਰਦੇ ਹਾਂ, ਜਿਹਦੇ ਨਾਲ ਸਾਨੂੰ ਗੰਨੇ ਦਾ ਝਾੜ ਤੇ ਵਧੀਆ ਮਿਲਦਾ ਹੀ ਆ। ਉਹਦੇ ਨਾਲ ਸਾਨੂੰ ਜਿਹੜੀ ਆ ਇਸ ਤੋਂ ਵਧੀਆ ਆਮਦਨ ਜਿਹੜੀ ਮਿਲਦੀ ਆ। ਇਸ ਤੋਂ ਇਲਾਵਾ ਹੋਰ ਵੀ ਜਿੱਦਾਂ ਤੁਸੀਂ ਦੇਖ ਹੀ ਰਹੇ ਹਾਂ, ਜਿਸ ਖੇਤ ਦੇ ਵਿੱਚ ਆਪਾਂ ਖੜੇ ਹਾਂ, ਇੱਥੇ ਵੀ ਅੱਜ ਛੋਲਿਆਂ ਦੀ ਬਿਜਾਈ ਕਰ ਰਹੇ ਸੀ ਬੈੱਡਾਂ ਦੇ ਉੱਪਰ। ਇਹ ਅਸੀਂ ਛੋਲੇ, ਮਸਰ ਇਹਦੀ ਬਿਜਾਈ ਕਰਕੇ ਅਤੇ ਇਹ ਅਸੀਂ ਮਾਰਕੀਟ ਦੇ ਵਿੱਚ ਜਾਂ ਮੰਡੀ ਦੇ ਵਿੱਚ ਨਹੀਂ ਲੈ ਕੇ ਜਾਂਦੇ, ਇਹਨੂੰ ਆਪਣਾ ਹੀ ਤੁਸੀਂ ਦੇਖਿਆ ਹੀ ਆਪਣਾ ਹੱਟ ਬਣਾਇਆ ਹੋਇਆ ਸੇਲ ਪੁਆਇੰਟ ਮੇਨ ਰੋਡ ਦੇ ਉੱਪਰ, ਜਿੱਥੇ ਅਸੀਂ ਇਹਨੂੰ ਪੈਕਿੰਗ ਕਰਕੇ ਅਤੇ ਉਹ ਅਸੀਂ ਉੱਥੋਂ ਸਿੱਧੇ ਸਾਡੇ ਕੋਲ ਜਿਹੜੇ ਗਾਹਕ ਸਾਡੇ ਨਾਲ ਜੁੜੇ ਨੇ ਉਹ ਲੈ ਕੇ ਜਾਂਦੇ ਆ। ਸੋ ਹਰਿੰਦਰ ਸਿੰਘ ਜੀ, ਇਹ ਤੁਸੀਂ ਜਿਵੇਂ ਦੱਸਿਆ ਕਿ ਤੁਹਾਡਾ ਮੇਨ ਜਿਹੜਾ ਤੁਹਾਡੀ ਫਸਲ ਖੇਤੀਬਾੜੀ ਆ ਉਹਦੇ ਵਿੱਚ ਤੁਸੀਂ ਕਮਾਦ ਨੂੰ ਤਰਜੀਹ ਦਿੰਦੇ ਹੋ, ਕਾਸ਼ਤ ਕਰਦੇ ਹੋ, ਕਿਉਂਕਿ ਇਹ ਏਰੀਆ ਰਿਆੜਕੀ ਦਾ ਇਲਾਕਾ ਕਿਸਾਨ ਵੀਰੋ, ਇੱਥੇ ਕਾਫੀ ਵਧੀਆ ਕਮਾਦ ਦੀ ਜਿਹੜੀ ਕਾਸ਼ਤ ਆ ਕਿਸਾਨ ਵੀਰ ਕਰਦੇ ਆ ਔਰ ਬੜਾ ਅੱਛਾ ਝਾੜ ਲਾ ਰਿਹਾ। ਔਰ ਤਾਂ ਟਰੈਂਚ ਵੀ ਦੀ ਦੱਸਦੇ ਆ, ਲੇਟੈਸਟ ਮਸ਼ੀਨੀ ਟੈਕਨੀਕਸ ਵਰਤ ਕੇ ਉਹਦੀ ਬਿਜਾਈ ਕਰਦੇ ਆ ਔਰ ਹੋਰ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਹਾਨੂੰ ਡਿਟੇਲ ਦੱਸਾਂਗੇ। ਜਿਹੜੀ ਅੱਜ ਹੁਣ ਗੱਲ ਕਰਨੀ ਜਾ ਰਹੇ ਸੀ ਕਿ ਦਾਲਾਂ ਦੀ ਬਿਜਾਈ, ਜਿਵੇਂ ਕਿ ਸਾਨੂੰ ਦਾਲਾਂ ਦੀ ਜ਼ਰੂਰਤ ਆ, ਸਬਜ਼ੀਆਂ ਦੀ ਜ਼ਰੂਰਤ ਆ, ਘਰਾਂ ਦੇ ਵਿੱਚ ਅਕਸਰ ਪੈਂਦੀ ਆ। ਕਿਚਨ ਗਾਰਡਨਿੰਗ ਵਾਸਤੇ ਵੀ ਅਸੀਂ ਬੜਾ ਪਿਛਲੀ ਵਾਰੀ ਵੀਡੀਓ ਬਣਾ ਕੇ ਦੱਸੀ ਸੀ ਕਿ ਕਿਚਨ ਗਾਰਡਨਿੰਗ ਦੇ ਵਿੱਚ ਵੀ ਸਾਨੂੰ ਸਬਜ਼ੀਆਂ ਅਤੇ ਦਾਲਾਂ ਆਪਣੇ ਘਰਾਂ ਦੇ ਲੋੜਾਂ ਲਈ ਜਿਹੜੀਆਂ ਬਹੁਤ ਜ਼ਰੂਰੀ ਨੇ, ਬੀਜਣੀਆਂ ਚਾਹੀਦੀਆਂ ਨੇ। ਅਤੇ ਇਸ ਤਰ੍ਹਾਂ ਹਰਿੰਦਰ ਸਿੰਘ ਨੇ ਜਿਹੜੀ ਅੱਜ ਦੀ ਕਾਸ਼ਤ ਕਰ ਰਹੇ ਨੇ, ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਛੋਲਿਆਂ ਦੀ ਕਾਸ਼ਤ ਜਿਹੜੀ ਆ ਬੈਡਾਂ 'ਤੇ ਕਰ ਰਹੇ ਆ। ਇਸ ਤਰ੍ਹਾਂ ਨੇ ਇਹਨਾਂ ਨੇ ਸਰੋਂ ਦੀ ਕਾਸ਼ਤ ਵੀ ਕੀਤੀ ਆ ਅਤੇ ਹੋਰ ਵੀ ਇਸ ਤਰ੍ਹਾਂ ਛੋਟੇ ਜਿਹੇ ਜਿਹੜੇ ਸੀਡਰ ਬਣਾਇਆ ਵਾ, ਪ੍ਰੋ ਸੀਡਰ ਛੋਟਾ ਜਿਹਾ ਬਣ ਕੇ ਆਇਆ ਵਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇਹਦੀ ਜਿਹੜੀ ਆ ਉਹ ਜਿਹੜੀ ਬਿਜਾਈ ਆ ਚੱਲ ਰਹੀ, ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ। ਸੋ ਇਸੇ ਤਰ੍ਹਾਂ ਇਹਦੇ ਬਾਰੇ ਥੋੜ੍ਹਾ ਦੱਸਿਓ ਕਿ ਇਹ ਤੁਸੀਂ ਵਿਧੀ ਕਿਵੇਂ ਲੱਗੀ ਤੁਹਾਨੂੰ ਅਤੇ ਤੁਸੀਂ ਕਿਸ ਤਰ੍ਹਾਂ ਇਹਦੇ ਨਾਲ ਕਿਹੜੀ ਚੀਜ਼ਾਂ ਤੁਸੀਂ ਇਹਦੇ ਨਾਲ ਸਬਜ਼ੀਆਂ ਜਾਂ ਦਾਲਾਂ ਦੇ ਕਿਹੜੇ ਬੀਜਿਆ ਤੁਸੀਂ? ਸਰ, ਇਸ ਤਰ੍ਹਾਂ ਕਿ ਜਿਵੇਂ ਇਹ ਪ੍ਰੋ ਸੀਡਰ ਆ, ਇਹ ਇਸ ਵਾਰੀ ਲੈ ਕੇ ਆਂਦਾ। ਪਹਿਲਾਂ ਵੀ ਅਸੀਂ ਜਿਹੜੀ ਸਬਜ਼ੀ ਜਾਂ ਕਿਉਂਕਿ ਸਾਨੂੰ ਗੰਨੇ ਦੇ ਵਿੱਚ ਜਦੋਂ ਅਸੀਂ ਕੋਈ ਫਸਲ ਬੀਜਦੇ ਹਾਂ ਸਾਨੂੰ ਸਿੰਗਲ ਲਾਈਨ, 1 ਲਾਈਨ ਜਾਂ 2 ਲਾਈਨਾਂ ਬੀਜਣੀਆਂ ਪੈਂਦੀਆਂ। ਪਹਿਲਾਂ ਸਾਡੇ ਕੋਲ ਜਿਹੜੀ ਡਰਿੱਲ ਸੀ ਉਹ ਅਸੀਂ ਡਿਪਾਰਟਮੈਂਟ ਤੋਂ, ਗੁਰਦਾਸਪੁਰ ਤੋਂ ਲੈ ਕੇ ਆਉਂਦੇ ਸੀ, ਐਗਰੀਕਲਚਰ ਡਿਪਾਰਟਮੈਂਟ ਤੋਂ। ਉਹ ਪਿੱਛੇ ਉਹਨੂੰ ਰੇੜਨਾ ਪੈਂਦਾ ਸੀ, ਐਵੇਂ ਹੈਂਡਲ 'ਚ ਫੜ ਕੇ। ਆਮ ਉਹਦੀਆਂ ਵੀਡੀਓ ਵੀ ਆਪਾਂ ਦੇਖਦੇ ਹੀ ਹਾਂ, ਇੱਕ ਜਣਾ ਉਹਨੂੰ ਖਿੱਚਦਾ ਸੀ ਅੱਗੋਂ। ਅਤੇ ਉਹਦੇ 'ਚ ਇਹ ਵੀ ਜਿਵੇਂ
ਉਹ ਜ਼ਿਆਦਾ ਜਿਹੜੇ ਸੀਡ ਉਹਦੇ ਨਾਲ ਬੀਜੇ ਨਹੀਂ ਜਾ ਸਕਦੇ ਤੇ ਉਹਦੇ ਨਾਲ ਇੱਕ ਲਾਈਨ ਹੋਣ ਕਰਕੇ ਸਮਾਂ ਵੀ ਬਹੁਤ ਲੱਗਦਾ ਹੈ। ਇਹ ਮੈਂ ਇਵੇਂ ਸਰਚ ਕੀਤੀ ਤੇ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਇਵੇਂ ਲੁਧਿਆਣੇ ਤੋਂ ਇਹ ਮਿਲਦਾ, ਇਹ ਗੁਜਰਾਤ ਦਾ ਸੀਡਰ ਬਣਿਆ ਹੋਇਆ। ਠੀਕ ਆ। ਇਹ ਸਾਰੀਆਂ ਜਿੰਨੀਆਂ ਵੀ ਦਾਣੇਦਾਰ ਫਸਲਾਂ, ਸਰੋਂ ਦਾ ਦਾਣਾ ਬਹੁਤ ਬਰੀਕ ਹੁੰਦਾ, ਸਰੋਂ ਤੋਂ ਲੈ ਕੇ ਆਪਾਂ ਮਸਰ, ਛੋਲੇ, ਕਣਕ, ਰਾਜਮਾ, ਕੋਈ ਵੀ ਜਿਹੜੀ ਫਸਲ ਆ ਇਹਦੇ 'ਚ ਬੀਜ ਸਕਦੇ ਆ। ਮੈਂ ਤੁਹਾਨੂੰ ਦਿਖਾ ਹੀ ਦਿੰਦਾ। ਇਹਦੇ 'ਚ ਨਾ ਆਹ ਦੇਖੋ, ਇਹਦੇ 'ਚ ਪਲੇਟਾਂ ਪਈਆਂ ਨੇ। ਇਹਦੇ ਹਿਸਾਬ ਨਾਲ ਜਿਵੇਂ ਆਹ ਅਸੀਂ ਹੁਣ ਛੋਲਿਆਂ ਦਾ ਸੀਡ ਆ, ਇਹਦੇ ਅਕੋਰਡਿੰਗ ਹੀ ਇਹਦੇ 'ਚ ਪਲੇਟ ਲੱਗ ਜਾਂਦੀ ਆ। ਹੁਣ ਆਹ ਜਿਹੜੀ ਪਲੇਟ ਆ ਇਹ ਮੱਕੀ ਵਾਸਤੇ ਬਣੀ ਹੋਈ ਆ। ਠੀਕ ਆ। ਇਹਦੇ 'ਚ ਮੱਕੀ ਦਾ ਇੱਕ ਹੀ ਇੱਥੇ ਸੀਡ ਪਏਗਾ। ਠੀਕ ਆ। ਇਹ 7 ਇੰਚ ਜਾਂ 8 ਇੰਚ ਤੇ ਇਹ ਸੀਡ ਜਿਹੜਾ ਇਹ ਲੱਗੇਗਾ। ਠੀਕ ਆ। ਇਵੇਂ ਹੀ ਸਰੋਂ ਦੀਆਂ ਜਿਹੜੀਆਂ ਪਲੇਟਾਂ ਨੇ ਉਹ 6 ਇੰਚ ਤੇ ਇੱਕ ਜਿਹੜਾ ਉਹਦਾ ਦਾਣਾ ਵਾ ਉਹ ਲੱਗੇਗਾ। ਠੀਕ ਆ। ਤੇ ਇਹਦੀ ਜਿਹੜੀ ਦੂਰੀ ਆ ਅਸੀਂ ਵਧਾ ਘਟਾ ਸਕਦੇ ਆ। 6 ਇੰਚ ਤੇ 6 ਇੰਚ ਤੋਂ ਲੈ ਕੇ ਇਹਨੂੰ 4 ਫੁੱਟ ਤੱਕ ਜਾਂ 5 ਫੁੱਟ ਤੱਕ ਇਹਦਾ ਆਪਾਂ ਜਿਹੜਾ ਗੈਪ ਹੈ ਵਧਾ ਸਕਦੇ ਆ। ਐਡਜਸਟੇਬਲ ਹੈ ਕਿ ਆਪਾਂ ਉਹਨੂੰ ਜਿੱਥੇ ਵੀ ਆਪਾਂ ਬੀਜਣੀ ਚਾਹੁੰਦੇ ਆ ਉੱਥੇ ਹੀ ਉਹਦੀ। ਮੈਂ ਇਹਦੇ ਨਾਲ 15 ਕਿੱਲੇ ਸਰੋਂ ਬੀਜੀ ਆ ਜੀ। 150 ਗ੍ਰਾਮ ਤੋਂ ਲੈ ਕੇ ਪੌਣੇ 200 ਗ੍ਰਾਮ 1 ਏਕੜ ਦਾ ਜਿਹੜਾ ਇਹਦੇ ਨਾਲ ਬੀਜ ਜਿਹੜਾ ਉਹ 1 ਕਿੱਲੇ ਦੇ ਵਿੱਚ ਜਿਹੜਾ ਉਹ ਘੇਰਿਆ ਵਾ। ਔਰ ਇੰਨੀ ਜ਼ਬਰਦਸਤ ਉਹਦੀ ਜਿਹੜੀ ਆ ਜਰਮੀਨੇਸ਼ਨ ਹੋਈ ਆ ਕਿ ਬਹੁਤ ਵਧੀਆ। ਇੱਕ ਤੇ ਸੀਡ ਦੀ ਬਚਤ ਹੋ ਗਈ, ਇੱਕ ਇਹਦੇ ਨਾਲ ਸਾਡਾ ਖਰਚਾ ਜਿਹੜਾ ਉਹ ਘਟ ਗਿਆ। ਅਸੀਂ ਆਪਣੇ ਮੁਤਾਬਕ ਥੋੜਾ ਕੰਮ ਜਾਂ ਬਹੁਤਾ ਕੰਮ ਜੇ ਆਹ ਜਿਹੜੀਆਂ ਪਲੇਟਸ ਹੋ ਰਹੀ ਆ ਤੁਹਾਡੇ ਕੋਲ, ਇਹ ਵੀ ਵੱਖਰੇ ਵੱਖਰੇ ਸੀਡਸ ਦੀ, ਜਿਸ ਤਰ੍ਹਾਂ ਕੋਈ ਨਾ ਕਿਸ ਤਰ੍ਹਾਂ ਮੱਕੀ ਦਾ ਵੀ ਲੱਗਦਾ ਮੈਨੂੰ ਦੁਬਾਰਾ ਪਲੇਟ, ਕੋਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਕੋਈ ਹੋਰ ਵੀ ਹੈ, ਜਿਸ ਤਰ੍ਹਾਂ ਨਰਮੇ ਦੀ ਸ਼ਾਇਦ ਕੋਈ ਪਲੇਟ ਦੇ ਵਿੱਚ। ਇਹਦੇ ਨਾਲ ਸਾਨੂੰ ਸਰ 4 ਅਟੈਚਮੈਂਟਾਂ ਉਹਨਾਂ ਨੇ ਇਸੇ ਪੈਕੇਜ ਦੇ ਵਿੱਚ ਦਿੱਤੀਆਂ ਸੀ। ਅੱਛਾ। ਜਿਹਦੇ 'ਚ ਅਸੀਂ ਇਹਨੂੰ ਹੱਥ ਨਾਲ ਖਿੱਚ ਸਕਦੇ ਆ। ਠੀਕ ਆ। ਇਹਨੂੰ ਟਰੈਕਟਰ ਦੇ ਨਾਲ ਵੀ ਚਲਾ ਸਕਦੇ ਆ। ਇਹਦੀ ਅਟੈਚਮੈਂਟ ਦਿੱਤੀ ਆ ਕਿ ਅਸੀਂ ਵੱਡੇ ਟਰੈਕਟਰ ਦੇ ਪਿੱਛੇ ਵੀ ਪਾ ਕੇ ਇਹਨੂੰ ਚਲਾ ਸਕਦੇ ਆ। ਠੀਕ ਆ। ਸਿੰਗਲ ਵੀ ਚਲਾ ਸਕਦੇ ਆ, 2 ਵੀ ਚਲਾ ਸਕਦੇ ਆ। ਜੇ ਅਸੀਂ 3 ਅਟੈਚ ਕਰਨੇ ਹੋਣ ਤੇ ਇਹ 3 ਸੀਡਰ ਵੀ ਅਸੀਂ ਇੱਕ ਪਾਈਪ ਦੇ ਉੱਪਰ ਚਲਾ ਸਕਦੇ ਆ। ਠੀਕ ਆ। ਇਸ ਤੋਂ ਇਲਾਵਾ ਜਿਵੇਂ ਇਹ ਅਟੈਚਮੈਂਟਾਂ ਸਾਨੂੰ ਨਾਲ ਦਿੱਤੀਆਂ, ਜੇ ਅਸੀਂ ਕੋਈ ਜਿਵੇਂ ਸਰੋਂ ਦੀ ਅਟੈਚਮੈਂਟ ਸਾਨੂੰ ਨਾਲ ਨਹੀਂ ਮਿਲੀ, ਉਹ ਫਿਰ ਅਸੀਂ ਉਹਨਾਂ ਨੂੰ ਕਿਹਾ 200 ਰੁਪਏ ਦੀ ਐਕਸਟਰਾ ਸਾਡੇ ਕੋਲ ਉਹਨਾਂ ਨੇ ਚਾਰਜਸ ਲੈ ਕੇ 200 ਰੁਪਏ ਦੀ ਇੱਕ ਪਲੇਟ ਆ। ਇਸ ਤਰ੍ਹਾਂ ਜੇ ਕੋਈ ਆਪਣੇ ਮੁਤਾਬਕ ਜਿਵੇਂ ਇਹਦੇ ਨਾਲ ਹੋਰ ਕੋਈ ਤੁਸੀਂ ਬੀਜਣਾ ਚਾਹੁੰਦੇ, ਜਿਵੇਂ ਸੁੱਕਾ ਝੋਨਾ ਲਾਉਣਾ ਵਾ, ਉਹਦੇ ਵਾਸਤੇ ਇਹਦੀ ਜਿਹੜੀ ਆ ਪਲੇਟ ਆ, ਉਵੇਂ ਅਸੀਂ ਇਹਦੀ ਡਿਮਾਂਡ ਕਰਕੇ ਜਿਹੜੀ ਮਿਲ ਜਾਂਦੀ ਹੈ। ਸੋ ਮੈਂ ਕਹਿ ਸਕਦਾ ਰਵਿੰਦਰ ਸਿੰਘ ਜੀ ਕਿ ਇਹ ਸਾਡੇ ਕੋਲ ਇੱਕ ਮਲਟੀ ਕ੍ਰੌਪ, ਜਿਸ ਤਰ੍ਹਾਂ ਆਪਾਂ ਵੱਡੀਆਂ ਡਰਿੱਲਾਂ ਦੀ ਗੱਲ ਕਰਦੇ ਹਾਂ, ਟਰੈਕਟਰ ਨਾਲ ਟਰੈਕਟਰ ਡਰਿਵਨ ਸਾਡੇ ਕੋਲ ਮਤਲਬ ਸੀਡਰ ਨੇ, ਹੋਰ ਡਰਿਲਸ ਨੇ ਔਰ ਮਲਟੀ ਕ੍ਰੌਪ ਪਲਾਂਟਰ ਨੇ। ਇਹ ਵੀ ਇੱਕ ਛੋਟਾ ਇਕੁਇਪਮੈਂਟ ਆ, ਛੋਟੀ ਮਸ਼ੀਨ ਆ, ਬਹੁਤ ਵਧੀਆ ਮੈਨੂਅਲੀ ਚੱਲਦੀ ਆ ਔਰ ਟਰੈਕਟਰ ਦੇ ਨਾਲ ਹੀ ਤੁਸੀਂ ਦੱਸਿਆ ਕਿ ਆਪਾਂ ਅਟੈਚ ਕਰ ਸਕਦੇ ਆ। ਸੋ ਬਹੁਤ ਵਧੀਆ ਚੀਜ਼ ਆ ਜਿਹਦੇ ਨਾਲ ਅਸੀਂ ਦਾਲਾਂ ਦੀਆਂ, ਜਿਸ ਤਰ੍ਹਾਂ ਸਾਡੇ ਕੋਲ ਦੇਖੋ ਮਸਰ ਆ, ਮਾਂਹ ਵਾ, ਮੂੰਗੀ ਆ, ਫਿਰ ਇਸੇ ਤਰ੍ਹਾਂ ਸਾਡੇ ਕੋਲ ਜਿਸ ਤਰ੍ਹਾਂ ਛੋਲਿਆਂ ਦੀ ਫਸਲ ਆ, ਸਰੋਂ ਵਾ, ਇਹ ਸਾਰੀਆਂ ਫਸਲਾਂ ਇਹਦੇ ਨਾਲ ਹੀ ਬੀਜ ਸਕਦੇ ਆ। ਕਿਸਾਨ ਵੀਰੋ ਤੇ ਦਰਸ਼ਕੋ, ਜਿਵੇਂ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਖੇਤੀ ਮਸ਼ੀਨਰੀ ਜਿਹੜੀ ਕਿ ਬਹੁਤ ਵਧੀਆ, ਚਾਹੇ ਉਹ ਸਟਾਰ ਮੈਨੇਜਮੈਂਟ ਦੀ ਗੱਲ ਸੀਗੀ, ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਖੇਤੀ ਮਸ਼ੀਨਰੀ ਜੋ ਰਿਸਰਚ ਕੀਤੀ ਆ ਜਾਂਦੀ ਆ ਬਾਰ-ਬਾਰ, ਜਾਂ ਨਵੀਂ ਖੇਤੀ ਮਸ਼ੀਨਰੀ ਆ ਖੋਜ ਕਰਕੇ ਜਿਹੜੀ ਦੱਸੀ ਗਈ ਸੀ, ਤੁਹਾਨੂੰ ਪਿਛਲੀ ਵੀਡੀਓ ਵੀ ਦੱਸਿਆ ਗਿਆ ਸੀਗਾ। ਇਸੇ ਤਰ੍ਹਾਂ ਕਿਸਾਨ ਵੀਰੋ ਸਾਡੇ ਕੋਲ ਹੋਰ ਵੀ ਜਿਹੜੀਆਂ ਨਵੀਆਂ ਖੋਜਾਂ ਮੁਤਾਬਕ ਜਿਹੜੇ ਕਿਸਾਨ ਵਧੀਆ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਇਨੋਵੇਟਿਵ ਫਾਰਮਰ ਨੇ ਸਾਡੇ, ਉਹ ਵਧੀਆ ਕੰਮ ਕਰ ਰਹੇ ਨੇ। ਇਹਨਾਂ ਬਾਰੇ ਵੀ ਜਿਹੜੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਇਸ ਵੀਡੀਓ ਦੇ ਵਿੱਚ। ਸੋ ਇਹ ਆਪਾਂ ਜਿਹੜੀ ਅੱਜ ਦਾਲਾਂ ਦੀ ਫਸਲ ਜਿਹੜੀ ਕਾਸ਼ਤ ਕਰ ਰਹੇ ਨੇ ਹਰਵਿੰਦਰ ਸਿੰਘ ਜੀ, ਇਹਨਾਂ ਨੇ ਬਹੁਤ ਵਧੀਆ ਇੱਕ ਸੰਦੇਸ਼ ਆ ਔਰ ਦੂਜੇ ਕਿਸਾਨਾਂ ਵਾਸਤੇ ਵੀ ਇਹ ਬਹੁਤ ਵਧੀਆ ਇੱਕ ਮੈਸੇਜ ਆ ਕਿ ਅਸੀਂ ਇਹੋ ਜਿਹੀਆਂ ਛੋਟੇ-ਛੋਟੇ ਸੀਡਰਾਂ ਦੇ ਨਾਲ ਆਪਣੇ ਦਾਲਾਂ ਦੀਆਂ ਫਸਲਾਂ ਔਰ ਕਾਫੀ ਵੱਡੇ ਏਰੀਏ 'ਚ ਦਾਲਾਂ ਲਾਈਆਂ ਨੇ ਇਹਨਾਂ ਨੇ, ਤੇ ਉਹ ਆਪਣੇ ਸੇਲ ਪੁਆਇੰਟ ਤੋਂ ਵੀ ਸੇਲ ਕਰਦੇ ਨੇ। ਸੋ ਕਿਚਨ ਗਾਰਡਨਿੰਗ ਵਾਸਤੇ ਅਸੀਂ ਇਹ ਕੰਮ ਬੜੇ ਵਧੀਆ ਆਰਾਮ ਨਾਲ ਇਹਨਾਂ ਸੀਡਰਾਂ ਨਾਲ ਕਰ ਸਕਦੇ ਹਾਂ। ਸੋ ਹਰਵਿੰਦਰ ਸਿੰਘ ਜੀ, ਇਸ ਤੋਂ ਇਲਾਵਾ ਜਿਹੜੇ ਤੁਸੀਂ ਇੰਟਰਕ੍ਰੋਪਿੰਗ ਕਰਨ ਤੋਂ ਬਾਅਦ ਦਾਲਾਂ ਬੀਜਦੇ ਹੋ, ਹੋਰ ਤੁਹਾਡੀ ਜਿਹੜੀ ਆ ਜਿਸ ਤਰ੍ਹਾਂ ਕਮਾਦ ਤੁਸੀਂ ਲਗਾ ਰਹੇ ਹੋ, ਕਮਾਦ ਦੇ ਵਿੱਚ ਵੀ ਤੁਹਾਡਾ ਬੜੀ ਰੁਚੀ ਆ, ਤੁਸੀਂ ਟ੍ਰੈਂਚ ਵਿਧੀਆਂ ਜਿਹੜੀਆਂ ਲੇਟੈਸਟ ਟੈਕਨੀਕ ਨਾਲ ਵਰਤ ਰਹੇ ਹੋ। ਫਿਰ ਹਾਰਵੈਸਟਿੰਗ 'ਤੇ ਤੁਸੀਂ ਆ ਜਾਂਦੇ ਹੋ। ਹਾਰਵੈਸਟਿੰਗ ਜਦੋਂ ਤੁਸੀਂ ਕਰਨੀ ਹੁਣ ਸ਼ੁਰੂ ਆ, ਮੇਰਾ ਖਿਆਲ ਹਾਰਵੈਸਟਿੰਗ ਬੜੇ ਜ਼ੋਰਾਂ ਸ਼ੋਰਾਂ ਨਾਲ, ਉਹਦੀ ਹਾਰਵੈਸਟਿੰਗ ਦਾ ਤੁਸੀਂ ਸਾਰਾ ਦੱਸੋਗੇ। ਤੁਸੀਂ ਬੜੀ ਇੱਕ ਵਧੀਆ ਮਸ਼ੀਨ, ਜਿਹੜੀ ਵੱਡੀ ਮਸ਼ੀਨ ਦੇ ਨਾਲ ਹਾਰਵੈਸਟਿੰਗ ਕਰਦੇ ਹੋ, ਤੇ ਉਹਦਾ ਸਾਰਾ ਤੁਸੀਂ ਸਾਨੂੰ ਟੈਕਨੀਕਲੀ ਗੱਲ ਦੱਸੋ। ਸਰ, ਇਸ ਤਰ੍ਹਾਂ ਜਿਹੜਾ ਗੰਨੇ ਦੀ ਫਸਲ ਆ ਨਾ ਜੀ, ਇਹ ਬਹੁਤ ਇੱਕ ਵਧੀਆ ਫਸਲ ਆ ਕਣਕ ਝੋਨੇ ਦੇ ਬਦਲਾਅ, ਕਿਉਂਕਿ 1 ਸਾਲ ਦੀ ਫਸਲ ਆ। ਜੇ ਅਸੀਂ ਗੰਨੇ ਦੀ ਖੇਤੀ ਤੇ ਆਉਂਦੇ ਤੇ ਕਿਸਾਨ ਜਿਹੜੇ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਬਾਹਰ ਨਿਕਲ ਸਕਦੇ ਆ। ਪਰ ਇਹਦੇ 'ਚ ਜਿਹੜੀਆਂ ਮੇਨ ਮੁਸ਼ਕਲਾਂ ਆਉਂਦੀਆਂ, ਉਹ 2 ਮੁਸ਼ਕਲਾਂ ਜ਼ਿਆਦਾ ਜਿਹੜੀਆਂ ਕਿਸਾਨਾਂ ਨੂੰ ਵੱਡੀਆਂ ਆਈਆਂ। ਇੱਕ ਮੁਸ਼ਕਲ ਇਹਦੇ 'ਚ ਜਿਹੜੀ ਪਹਿਲੀ ਲੇਬਰ ਦੀ, ਇਹਦੀ ਸਿਲਾਈ ਵਾਸਤੇ ਲੇਬਰ ਦਿਨੋਂ ਦਿਨ ਘਟ ਰਹੀ ਆ, ਤੇ ਲੇਬਰ ਦੀ ਸਮੱਸਿਆ ਬਹੁਤ ਆਉਂਦੀ ਆ। ਦੂਸਰੀ ਜਿਹੜੀ ਸਮੱਸਿਆ ਸਾਨੂੰ ਪੇਮੈਂਟ ਦੀ ਸਮੱਸਿਆ ਜਿਹੜੀ ਆ ਪਿਛਲੇ 2-3 ਸਾਲ ਤੋਂ ਜ਼ਿਆਦਾ ਆਈ ਹੀ,
ਚਲੋ ਹੁਣ ਸਾਨੂੰ ਆਸ ਆ ਵੀ ਇਸ ਵਾਰ ਚਲੋ ਸਾਨੂੰ ਰੇਟ ਵੀ ਠੀਕ ਹੋ ਗਿਆ ਤੇ ਪੇਮੈਂਟ ਵੀ ਜਿਵੇਂ ਖੰਡ ਦਾ ਰੇਟ ਵੀ ਠੀਕ ਹੋ ਗਿਆ, ਸਾਨੂੰ ਆਸ ਆ ਵੀ ਸਾਡੀ ਪੇਮੈਂਟ ਠੀਕ ਰਹੂਗੀ। ਠੀਕ ਰਿਹਾ ਇਸ ਵਾਰ। ਹਾਂਜੀ, ਇਸ ਤੋਂ ਇਲਾਵਾ ਸਰ ਇਹ ਜਿਹੜਾ ਮੈਂ ਮੈਥਡ ਜਿਹੜਾ ਵਰਤ ਰਿਹਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟ੍ਰੈਂਚ ਮੈਥਡ, ਹਾਂਜੀ, ਟ੍ਰੈਂਚ ਮੈਥਡ ਦੇ ਨਾਲ ਜਿਹੜੀ ਸਾਡੀ ਲੇਬਰ ਆ ਇਹ ਬਹੁਤ ਜ਼ਿਆਦਾ ਘਟਦੀ ਆ। ਉਹਦਾ ਕਾਰਨ ਇਹ ਆ ਵੀ ਟ੍ਰੈਂਚਰ ਦੇ ਨਾਲ ਸਾਡੇ ਇੱਕ ਖੇਤ ਦੇ ਵਿੱਚ 44 ਤੋਂ 45 ਲਾਈਨਾਂ ਜਿਹੜੀਆਂ ਉਹ ਗੰਨੇ ਦੀਆਂ ਬਣਦੀਆਂ ਨੇ। ਉਹਨੂੰ ਖਾਦ ਪਾਉਣੀ ਸੌਖੀ ਆ, ਪਾਣੀ ਲਾਉਣਾ ਸੌਖਾ, ਸਾਰਾ ਕੁਝ ਉਹਨੂੰ ਕਰਨਾ ਸੌਖਾ। ਛੋਟੇ ਟਰੈਕਟਰ ਦੇ ਨਾਲ ਵੀ ਉਹਨੂੰ ਵਾਹ ਸਕਦੇ ਆ ਤੇ ਵੱਡੇ ਟਰੈਕਟਰ ਦੇ ਨਾਲ ਵੀ ਅਸੀਂ ਉਹਦੀ ਜਿਹੜੀ ਗੁਡਾਈ ਜਿਹੜੀ ਆ, ਭਾਵੇਂ ਉਹਦੇ ਟਾਇਰ 16 ਨੰਬਰ ਦੇ ਵੀ ਹੋਣ, ਉਹ ਵੀ ਉਹਦੇ 'ਚ ਚੱਲ ਸਕਦਾ ਕਿਉਂਕਿ ਗੈਪ ਜਿਹੜਾ ਉਹਦਾ ਜ਼ਿਆਦਾ ਹੁੰਦਾ। ਠੀਕ ਆ। ਇਸ ਤੋਂ ਇਲਾਵਾ ਇਸ ਮੈਥਡ ਦੇ ਨਾਲ ਅਸੀਂ ਜਿਹੜਾ ਗੰਨਾ ਲਾਇਆ ਹੋਇਆ ਉਹਨੂੰ ਅਸੀਂ ਹਾਰਵੈਸਟਰ ਦੇ ਨਾਲ, ਜਿਹੜਾ ਹਾਰਵੈਸਟਰ ਗੰਨਾ ਹਾਰਵੈਸਟਰ, ਉਹਦੇ ਨਾਲ ਕੱਟ ਸਕਦੇ ਹਾਂ। ਹਾਰਵੈਸਟਰ ਅਸੀਂ 2 ਸਾਲ ਪਹਿਲਾਂ ਲਿਆ ਸੀ ਤੇ ਇਹਦੇ ਨਾਲ ਇਸ ਵਾਰ ਸਾਡਾ ਤੀਸਰਾ ਸੀਜ਼ਨ ਆ ਤੇ ਅਸੀਂ ਆਪਣਾ ਗੰਨਾ 50 ਏਕੜ ਇਹਦੇ ਨਾਲ ਕੱਟ ਕੇ, ਇਸ ਤੋਂ ਇਲਾਵਾ ਜਿਹੜਾ ਬਾਹਰ ਗੰਨਾ ਹੋਰ ਕਿਸਾਨਾਂ ਦਾ ਜਿਹੜਾ ਲੱਗਾ ਹੋਇਆ ਟ੍ਰੈਂਚਰ ਦੇ ਨਾਲ, ਉਹ ਇਹਦੇ ਨਾਲ ਕੱਟਦੇ ਆ, ਜਿਹਦੇ ਨਾਲ ਸਮੇਂ ਦੀ ਬਚਤ ਹੁੰਦੀ ਆ। ਫਰੈਸ਼ ਗੰਨਾ ਮਿਲ ਨੂੰ ਵੀ ਫਾਇਦਾ ਇਹ ਮਿਲਦਾ ਕਿ ਤਾਜ਼ਾ ਗੰਨਾ ਜਿਹੜਾ ਵਾ ਉਹ, ਕਿਉਂਕਿ ਇਹਦੀ ਪਰਚੀ ਸਪੈਸ਼ਲ ਹੁੰਦੀ ਆ ਤੇ ਮਿਲ 'ਚ ਜਾਂਦਾ ਤੇ ਕਿਸਾਨਾਂ ਦੀ ਟਾਈਮ ਨਾਲ, ਜਿਵੇਂ ਹੁਣ ਮੋਢਾ ਗੰਨਾ ਕਿਸੇ ਨੇ ਸੁੱਟ ਕੇ ਕਣਕ ਬੀਜਣੀ ਆ ਤੇ ਉਹ ਆਪਣੀ ਟਾਈਮ ਨਾਲ ਜਿਹੜੀ ਕਣਕ ਦੀ ਬਿਜਾਈ ਕਰ ਸਕਦਾ ਵਾ। ਸੋ ਇਸ ਕਰਕੇ ਸਾਨੂੰ ਇਸ ਮੈਥਡ ਦੇ ਨਾਲ ਆਪਾਂ ਮਸ਼ੀਨੀ ਕਰਨ ਵਾਲੇ ਬੰਨੇ ਜਿਹੜਾ ਉਹ ਜ਼ਿਆਦਾ ਆਏ ਆ ਕਿ ਹਾਰਵੈਸਟਰ ਦੀ ਜਿਹੜੀ ਸਾਡੀ ਸਿਲਾਈ ਦੀ ਸਮੱਸਿਆ ਜਿਹੜੀ ਉਹ ਖਤਮ ਹੋਈ ਆ ਤੇ ਹਾਰਵੈਸਟਰ ਦੇ ਨਾਲ ਅਸੀਂ ਜਿਹੜੀ ਸਿਲਾਈ ਉਹ ਕਰਦੇ ਹਾਂ। ਬਿਲਕੁਲ ਠੀਕ ਆ। ਤੁਸੀਂ ਜਿੱਥੇ ਆਧੁਨਿਕ ਖੇਤੀ ਕਰ ਰਹੇ ਹੋ, ਬਹੁਤ ਵਧੀਆ ਇੱਕ ਰਿਸਰਚ ਦੀ ਵੀ ਖੇਤੀ ਕਰ ਰਹੇ ਹੋ, ਨਾਲ ਤੁਸੀਂ ਬੜੀਆਂ ਅੱਛਾ ਮੋਡੀਫਾਈਡ ਤੇ ਲੇਟੈਸਟ ਜਿਹੜੀਆਂ ਵੱਡੀਆਂ ਮਸ਼ੀਨਾਂ, ਭਾਵੇਂ ਹੁਣ ਕਮਾਦ ਲਾਉਣ ਵਾਲੀ ਜਾਂ ਕਮਾਦ ਨੂੰ ਜਿਹੜੀ ਆਪਾਂ ਹਾਰਵੈਸਟਿੰਗ ਕਰਨੀ ਆ, ਉਹ ਮਸ਼ੀਨ ਜਿਹੜੀ ਤੁਸੀਂ ਬੜੀ ਵਧੀਆ ਚਲਾ ਕੇ ਉਹਦੀ ਕਟਾਈ ਕਰਕੇ ਮਿਲ 'ਚ ਲੈ ਕੇ ਜਾਂਦੇ ਹੋ। ਬੇਸ਼ੱਕ ਹੁਣ ਦਾਲਾਂ ਦੇ ਬੜੇ ਨਿੱਕੇ ਨਿੱਕੇ ਛੋਟੇ ਸੀਡਰ ਆ, ਉਹਦੀ ਵਰਤੋਂ ਵੀ ਕਰ ਰਹੇ ਹੋ ਤੇ ਤੁਸੀਂ ਬੜਾ ਰਿਸਰਚ ਦੇ ਨਾਲ ਜੁੜੇ ਹੋਏ ਹੋ, ਜੋ ਦੇਖਣ 'ਚ ਮਿਲਦਾ ਕਿਉਂਕਿ ਪਿਛਲੇ ਸਮੇਂ ਤੋਂ ਹੀ ਤੁਹਾਡੇ ਨਾਲ ਰਾਬਤਾ ਬਣਿਆ, ਗੱਲਬਾਤ ਹੁੰਦੀ ਰਹੀ ਸੀ। ਚਲੋ ਅੱਜ ਸਾਨੂੰ ਮੌਕਾ ਮਿਲਿਆ ਗੱਲਬਾਤ ਕਰਨ ਦਾ। ਤੁਸੀਂ ਰਿਸਰਚ ਦਾ ਕੰਮ ਨੂੰ ਬਹੁਤ ਕੀਨਲੀ ਔਰ ਬਹੁਤ ਆਪਣੇ ਤਰੀਕੇ ਦੇ ਨਾਲ ਦੇਖਦੇ ਹੋ ਔਰ ਮਾਹਰਾਂ ਦੇ ਰਾਏ ਲੈ ਕੇ ਖੇਤੀਬਾੜੀ ਡਿਪਾਰਟਮੈਂਟ ਦੇ ਨਾਲ, ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਤੁਸੀਂ ਬਹੁਤ ਵਧੀਆ ਰਾਬਤਾ ਰੱਖਿਆ ਹੋਇਆ ਵਾ। ਸੋ ਤੁਹਾਨੂੰ ਮਾਣ ਸਨਮਾਨ ਵੀ ਕਾਫੀ ਮਿਲੇ ਹੋਏ ਨੇ, ਯੂਨੀਵਰਸਿਟੀ ਵੱਲੋਂ ਵੀ ਤੁਹਾਡਾ ਬੜਾ ਮਾਣ ਹੁੰਦਾ ਵਾ। ਸੋ ਹਰਵਿੰਦਰ ਸਿੰਘ ਜੀ, ਤੁਸੀਂ ਜਿਹੜਾ ਆਪਣਾ ਇੱਕ ਸੇਲ ਪੁਆਇੰਟ ਬਣਾਇਆ ਉੱਥੇ, ਇਹਦੇ ਬਾਰੇ ਥੋੜ੍ਹਾ ਦੱਸਿਓ ਕਿ ਤੁਸੀਂ ਉੱਥੇ ਹੁਣ ਆਪਣੇ ਸੇਲ ਪੁਆਇੰਟ ਤੋਂ, ਜਿਵੇਂ ਕਿਸਾਨ ਵੀਰੋ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਵਧੀਆ ਕਿਸਾਨਾਂ ਨੇ ਕੰਮ ਕੀਤਾ ਵਾ ਔਰ ਆਪਣੇ ਵੈਲਿਊਡੇਸ਼ਨ ਕਰਕੇ ਆਪਣੀਆਂ ਫਸਲਾਂ ਨੂੰ ਆਪਣੇ ਸੇਲ ਪੁਆਇੰਟ ਤੋਂ ਉਹ ਸੇਲ ਕਰ ਰਹੇ ਆ। ਸੋ ਇਸੇ ਤਰ੍ਹਾਂ ਜਿਵੇਂ ਹਰਵਿੰਦਰ ਸਿੰਘ ਹੋਰਾਂ ਨੇ ਉੱਥੇ ਆਪਣਾ ਸੇਲ ਪੁਆਇੰਟ ਬਣਾਇਆ, ਉਹਦੇ ਬਾਰੇ ਸਾਰੀ ਗੱਲਬਾਤ ਆਪਣੇ ਜ਼ਬਾਨੀ ਦੱਸਣਗੇ ਕਿ ਕਿਵੇਂ ਇਹ ਕਿਹੜੀਆਂ ਚੀਜ਼ਾਂ ਦੀ ਬਿਜਾਈ ਕਰਨ ਤੋਂ ਬਾਅਦ ਆਪਣਾ ਸੇਲ ਪੁਆਇੰਟ ਤੋਂ ਜਿਹੜਾ ਵਾ ਇਹ ਸੇਲ ਕਰਦੇ ਆ। ਇਸ ਤਰ੍ਹਾਂ ਜੀ, ਜਿਹੜਾ ਸੇਲ ਪੁਆਇੰਟ ਬਣਾਇਆ ਹੋਇਆ ਉੱਥੇ ਅਸੀਂ ਜਿਹੜੀ ਜਿਵੇਂ ਆਪਾਂ ਦਾਲਾਂ ਦੀ ਜਿਹੜੀ ਫਸਲ ਜਿੰਨੀ ਵੀ ਬੀਜਦੇ ਹਾਂ, ਭਾਵੇਂ ਉਹ ਗੰਨੇ 'ਚ ਬੀਜਦੇ ਹਾਂ ਜਾਂ ਅਸੀਂ ਉਹ ਆਪਾਂ ਖੇਤ ਦੇ ਵਿੱਚ ਸਿੱਧੀ ਬਿਜਾਈ ਕਰਦੇ ਹਾਂ, ਇਕੱਲੀ ਫਸਲ ਦਾਲ ਦੀ ਬੀਜਦੇ ਹਾਂ, ਉਹ ਅਸੀਂ ਕਦੀ ਵੀ ਇਵੇਂ ਨਹੀਂ ਕਿ ਜਿੱਦਾਂ ਆਮ ਟਰਾਲੀ 'ਚ ਲੋਡ ਕਰਕੇ ਆਪਾਂ ਮੰਡੀ ਲੈ ਗਏ ਉੱਥੇ, ਕਿਉਂਕਿ ਮੰਡੀ ਦੇ ਵਿੱਚ ਜਾ ਕੇ ਸਾਨੂੰ ਇਹਦਾ ਰੇਟ ਪੂਰਾ ਨਹੀਂ ਮਿਲਦਾ। ਜਿਹੜੀ ਸਾਨੂੰ ਦੁਕਾਨ ਤੋਂ 100 ਰੁਪਏ ਦੀ ਚੀਜ਼ ਮਿਲਦੀ, ਜੇ ਅਸੀਂ ਮੰਡੀ 'ਚ ਜਾ ਕੇ ਲਿਆਈਏ ਤੇ ਸਾਡੀ ਉਹ 40-45 ਰੁਪਏ ਵਿਕਦੀ। ਫਿਰ ਕਿਸਾਨ ਦਾ ਮਨ ਟੁੱਟ ਜਾਂਦਾ, ਉਹ ਫਿਰ ਕਹਿੰਦਾ ਵੀ ਕਣਕ ਝੋਨਾ ਲਾ ਲੈਂਦਾ, ਜਿਹੜਾ ਵਿਕਦੇ ਜਾਂਦਾ, ਕਿਉਂਕਿ ਇਹਦਾ ਗਾਹਕ ਜਿਹੜਾ ਵਾ ਉਹ, ਕਿਉਂਕਿ ਕੋਈ ਖਾਸ ਏਜੰਸੀ ਜਾਂ ਕੋਈ ਇਹਦੇ ਮੰਡੀ ਕਰਨ ਦੀ ਪ੍ਰੋਬਲਮ ਜਿਹੜੀ ਆਉਂਦੀ, ਕਿਉਂਕਿ ਰੇਟ ਨਹੀਂ ਮਿਲਦਾ। ਇਹੀ ਦਾਲ ਹੁੰਦੀ ਸਾਡੇ ਕੋਲ ਲੈ ਕੇ ਜਦੋਂ ਉਹਨੂੰ ਪੈਕਿੰਗ ਕਰ ਲੈਂਦੇ ਆ ਤੇ ਉਹਦਾ ਰੇਟ ਡਬਲ ਜਾਂ ਡਿਊੜਾ ਡਬਲ ਜਾਂ 3 ਗੁਣਾ ਹੋ ਜਾਂਦਾ। ਤੇ ਇਸ ਕਰਕੇ ਸੋਚਿਆ ਕਿ ਇਹਨੂੰ ਕਿਉਂ ਨਾ ਅਸੀਂ ਆਪਣੇ ਜਿਵੇਂ ਪੈਕਿੰਗ ਕਰਕੇ ਅਸੀਂ ਇਹਨੂੰ ਸਿੱਧਾ ਕਿਸਾਨਾਂ ਨੂੰ, ਅਸੀਂ ਜਾਂ ਜਿਹੜੇ ਵੀ ਸਾਡੇ ਖਪਤਕਾਰ ਨੇ ਉਹਨਾਂ ਤੱਕ ਇਹਨੂੰ ਆਪਾਂ ਪਹੁੰਚਾਇਆ ਜਾਵੇ। ਬਿਲਕੁਲ ਠੀਕ ਆ। ਇਹਦੀ ਪੈਕਿੰਗ ਕਰਕੇ ਅਸੀਂ ਆਪਣਾ ਜਿਹੜਾ ਕਿਸਾਨ ਹੱਟ ਬਣਾਇਆ ਵਾ ਉੱਥੇ ਇਹਦੀ ਰੱਖਦੇ ਆ ਔਰ ਕਿਸਾਨ ਸਾਡੇ ਨਾਲ ਜਿਹੜੇ ਗਾਹਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਵੀ ਇੱਥੋਂ ਚੰਗੀ ਚੀਜ਼ ਆ। ਇੱਕ ਸਾਡੀ, ਕਿਉਂਕਿ ਜਿਹੜੇ ਰਿਆੜਕੀ ਦੇ ਦਾਲਾਂ ਤੇ ਰਿਆੜਕੀ ਦੇ ਗੁੜ, ਰਿਆੜਕੀ ਦਾ ਜਿਹੜਾ ਗੰਨਾ, ਇਹ ਬਹੁਤ ਪਿਛਲੇ ਸਮਿਆਂ ਤੋਂ, ਪੁਰਾਣੇ ਸਮਿਆਂ ਤੋਂ ਅਸੀਂ ਵੀ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਆ। ਇਹ ਸਾਰੇ ਜਿਹੜਾ ਮਤਲਬ ਇਹਨੂੰ ਇੱਕ ਚੰਗੇ ਨਾਂ ਨਾਲ, ਚੰਗੀ ਕੁਆਲਿਟੀ ਨਾਲ ਜਿਹੜਾ ਰਿਆੜਕੀ ਦੇ ਮਾਂ ਜਿਹੜੇ ਬਹੁਤ ਦੂਰ ਤੱਕ ਇਹਦਾ ਨਾਂ ਜਿਹੜੀਆਂ, ਸਹੀ ਗੱਲ, ਇਹਦਾ ਜਿਹੜਾ ਆਪਾਂ ਸੁਣਿਆ ਜਾਂਦਾ ਹੈ। ਹਰਿੰਦਰ ਸਿੰਘ ਜੀ, ਇੱਕ ਤੁਹਾਨੂੰ ਥੋੜਾ ਜਿਹਾ ਹੋਰ ਵਿੱਚ ਗੱਲ ਪੁੱਛਣੀ ਸੀ। ਇੱਕ ਤਿਲ ਦਾ ਵੀ ਬੜਾ ਸੀਗਾ, ਤਿਲਾਂ ਦਾ ਵੀ ਕਾਫੀ ਇੱਥੇ ਸੀਗਾ, ਉਹ ਹੁਣ ਅੱਜ ਕੱਲ੍ਹ ਬੀਜਦੇ ਇੱਥੇ ਕਿਸ ਤਰ੍ਹਾਂ? ਸਰ ਪਹਿਲਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ, ਪਹਿਲਾਂ ਬੀਜਦੇ ਹੁੰਦੇ ਸੀ ਜਦੋਂ ਮਤਲਬ ਮੋਟਰਾਂ ਜਾਂ ਪਾਣੀ ਦੇ ਸਾਧਨ ਨਹੀਂ ਇੰਨੇ ਹੈਗੇ। ਹੁਣ ਤਿਲ ਦੀ ਖੇਤੀ ਜਿਹੜੀ ਆ ਉਹ ਸਾਡੇ ਇੱਥੇ ਨਹੀਂ ਹੁੰਦੀ, ਮੈਂ ਵੈਸੇ ਨਹੀਂ ਆਪਣੇ ਹੋਸ਼ ਦੇ ਵਿੱਚ ਵੇਖੀ। ਠੀਕ ਆ। ਤੇ ਬਾਕੀ ਇਹ ਵੀ ਦਾਲਾਂ ਦੀ ਮੈਂ ਜਿਵੇਂ ਸ਼ੁਰੂ ਕੀਤੀ ਆ, ਪਹਿਲਾਂ ਮੈਨੂੰ ਬੜਾ ਲੱਗਾ, ਡਰ ਵੀ ਸੀ ਵੀ ਪਤਾ ਨਹੀਂ ਸਾਡੇ ਕਾਮ 'ਚ, ਕਿਉਂਕਿ ਸੁਣਿਆ ਹੀ ਕੀਤਾ ਜਾਂ ਕਿਸੇ ਨੂੰ ਕਰਦਿਆਂ ਨਹੀਂ ਸੀ ਦੇਖਿਆ ਵੀ ਰਿਆੜਕੀ ਦੇ ਮਾਂ ਕੀ ਹੁੰਦੇ ਆ ਜਾਂ ਰਿਆੜਕੀ ਦੇ ਦਾਲਾਂ। ਪਰ ਜਦੋਂ ਹੁਣ ਅਸੀਂ ਕਿਸੇ ਨੂੰ ਮਾਂ ਦਿੰਦੇ ਆ ਜਾਂ ਕੋਈ ਸਾਡੇ ਕੋਲ ਕਾਲੇ ਛੋਲੇ ਲੈ ਕੇ ਜਾਂਦਾ ਜਾਂ ਕੋਈ ਮਸਰ ਲੈ ਕੇ ਜਾਂਦਾ, ਤੇ ਉਹ ਫਿਰ ਵਾਕਿਆ ਹੀ ਫੋਨ ਕਰਕੇ ਜਦੋਂ ਸਾਨੂੰ ਦੱਸਦੇ ਆ ਵੀ ਕੋਈ ਰਿਸ਼ਤੇਦਾਰ ਨੇ ਸਾਡੇ ਕੋਲ ਖੜੇ ਜਾਂ ਕਿਸੇ ਨੇ ਕਿਤੇ ਖਾਣਾ ਖਾਧਾ ਹੋਏ, ਤੇ ਪੁੱਛਦੇ ਆ ਵੀ ਇਹ ਦਾਲ ਕਿੱਥੋਂ ਆਈ ਆ, ਤੇ ਫਿਰ ਸਾਨੂੰ ਖੁਸ਼ੀ ਵੀ ਹੁੰਦੀ ਆ
ਵੀ ਵਾਕਿਆ ਹੀ ਸਾਡਾ ਜਿਹੜਾ ਰਿਆੜਕੀ ਦਾ ਨਾਮ ਆ ਉਹ ਵਾਕਿਆ ਹੀ ਕਿਉਂ ਮਸ਼ਹੂਰ ਸੀ, ਕਿਉਂ ਇਦਾਂ ਜਾਣਿਆ ਜਾਂਦਾ ਸੀ, ਵਾਕਿਆ ਹੀ ਇਹਦੀ ਕੁਆਲਿਟੀ ਬਣਦੀ ਆ। ਸੋ ਕੋਸ਼ਿਸ਼ ਕੀਤੀ ਆ ਵੀ ਉਹ ਚੀਜ਼ ਨੂੰ ਦੁਬਾਰਾ ਆਪਾਂ ਲੋਕਾਂ ਤੱਕ ਲੈ ਕੇ ਜਾਈਏ ਤੇ ਆਪਣੇ ਕਿਸਾਨ ਜਿਹੜਾ ਹੱਟ ਆ ਉੱਥੇ ਅਸੀਂ ਇਹ ਦਾਲਾਂ ਜਿਹੜੀਆਂ ਇਹ ਪੈਕਿੰਗ ਕਰਕੇ ਤੇ ਆਪਾਂ ਸੇਲ ਕਰਦੇ ਹਾਂ। ਇਸ ਤੋਂ ਇਲਾਵਾ ਕਿਚਨ ਗਾਰਡਨ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਕਿਉਂਕਿ ਜ਼ਹਿਰਾਂ ਅੱਜ ਕੱਲ੍ਹ ਤੁਸੀਂ ਦੇਖ ਰਹੇ ਆ ਵੀ ਬਾਹਰੋਂ ਜਿਹੜੀ ਵੀ ਕੋਈ ਚੀਜ਼ ਲਈਏ, ਹੁਣ ਜਿਵੇਂ ਤੁਸੀਂ ਦੇਖਿਆ ਕਿ ਤੇਲ ਜਿਹੜਾ ਪਿਛਲੇ ਸਮੇਂ 'ਚ ਕਿੰਨਾ ਮਹਿੰਗਾ ਹੋ ਗਿਆ, ਤੇ ਐਰਕੀ ਕਿਸਾਨਾਂ ਨੇ, ਕਿਉਂਕਿ ਕਿਸਾਨ ਸਰੋਂ ਬੀਜਣੀ ਛੱਡ ਗਏ ਸੀ, ਆਪਣੇ ਵਾਸਤੇ ਵੀ ਨਹੀਂ ਬੀਜਦੇ ਕਿਉਂਕਿ ਕਨਾਲ 10 ਮਰਲੇ, ਇਸ ਵਾਰ ਸਾਨੂੰ ਸਰੋਂ ਦਾ ਬੀਜ ਹੀ ਨਹੀਂ ਮਿਲਿਆ, ਕਿਉਂਕਿ ਬਾਹਰੋਂ ਕਿਸਾਨਾਂ ਨੂੰ ਇਸ ਵਾਰ ਪਤਾ ਲੱਗਾ ਵੀ ਅਸੀਂ ਆਪਣੇ ਜੋਗੀ ਬੀਜੀਏ, ਤੇ ਹਰ ਕਿਸਾਨ ਨੇ ਕਨਾਲ 10 ਮਰਲੇ ਬੀਜੀ ਆ। ਇਸੇ ਤਰ੍ਹਾਂ ਕਿਸਾਨ ਜਿਵੇਂ ਸਰੋਂ ਵਾਲੇ ਬੰਨੇ ਆਏ ਆ, ਇਸੇ ਤਰ੍ਹਾਂ ਸਬਜ਼ੀ ਵਾਲੇ ਬੰਨੇ ਵੀ ਕਿਸਾਨ ਜਾ ਵੀ ਰਹੇ ਆ, ਤੇ ਅਸੀਂ ਵੀ ਕਿਸਾਨਾਂ ਨੂੰ ਅਪੀਲ ਕਰਦੇ, ਬੇਨਤੀ ਕਰਦੇ ਆ ਵੀ ਜਿਹੜੀਆਂ ਸਬਜ਼ੀਆਂ ਘਰ ਦੀਆਂ ਆਪਣੇ ਜੋਗੀਆਂ ਜਿਹੜੀਆਂ ਉਹ ਬੀਜੋ, ਖਾਓ, ਬਾਹਰੋਂ ਜ਼ਹਿਰਾਂ ਤੋਂ ਬਚੋ। ਤੁਸੀਂ ਆਪਣੀ ਜਿਹੜੀ ਆ ਕਣਕ ਥੋੜ੍ਹੀ ਬੀਜੋ, ਆਰਗੈਨਿਕ ਉਹਨੂੰ ਦੇਸੀ ਰੂੜੀ ਪਾ ਕੇ ਬੀਜੋ। ਇਵੇਂ ਜਿਹੜੇ ਤੁਸੀਂ ਦਾਲਾਂ ਵਾ ਜਾਂ ਸਬਜ਼ੀਆਂ ਵੀ ਆ, ਅਸੀਂ ਜਿਵੇਂ ਕਿਸਾਨ ਹੱਟ ਤੇ ਮੈਂ ਦੱਸਿਆ ਪਿੱਛੇ ਪੋਲੀ ਹਾਊਸ ਆ ਜਾਂ ਗ੍ਰੀਨ ਨੈਟ ਲੱਗੇ ਹੋਏ ਆ, ਉਹਦੇ ਦੇ ਵਿੱਚ ਅਸੀਂ ਟਰੇਆਂ ਦੇ ਵਿੱਚ ਬੂਟੇ ਤਿਆਰ ਕਰਕੇ ਤੇ ਅਸੀਂ ਉਹ ਸੇਲ ਕਰਦੇ ਹਾਂ। ਤੇ ਸਾਡੇ ਕੋਲ ਬੜੀ ਦੂਰੋਂ ਸਾਡੇ ਕੋਲ ਜਿਹੜੇ ਗਾਹਕ ਨੇ ਆਉਂਦੇ ਨੇ, ਜਿਹੜੇ ਸਾਡੇ ਕੋਲ ਕਰੇਲੇ, ਕੱਦੂ, ਮਿਰਚਾਂ, ਜੋ ਵੀ ਜਿਵੇਂ ਹੁਣ ਪਿਆਜ਼ ਦਾ ਚੱਲ ਰਿਹਾ, ਗੋਭੀ ਦੀ ਪਨੀਰੀ ਜਿਵੇਂ ਪਿਛਲੇ ਦਿਨਾਂ 'ਚ ਚੱਲ ਰਹੀ, ਉਹ ਲੈ ਕੇ ਜਾਂਦੇ ਆ। ਸੋ ਇਸ ਤਰ੍ਹਾਂ ਗ੍ਰੀਨ ਨੈਟ ਪੋਲੀ ਹਾਊਸ ਸਾਰਾ ਅਸੀਂ ਜਿਹੜਾ ਉਹ ਲਗਾਇਆ ਹੋਇਆ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਪੋਲੀ ਹਾਊਸ ਤੁਹਾਡਾ ਵਿਜ਼ਿਟ ਕੀਤਾ, ਸਾਰਾ ਦੇਖਿਆ ਵਾ, ਜਿਵੇਂ ਤੁਸੀਂ ਉੱਥੇ ਛੋਟੇ ਆਪਣੇ ਟਰੇਆਂ ਦੇ ਵਿੱਚ ਪਲਾਂਟਸ ਵਗੈਰਾ ਦੇਖ ਰਹੇ ਸੀਗੇ, ਲਗਾ ਰਹੇ ਨੇ, ਔਰ ਲੇਡੀਜ਼ ਵੀ ਮੇਰਾ ਖਿਆਲ ਅਗਲੀ ਜਿਹੜੀ ਤਿਆਰੀ ਕੋਈ ਮਿਰਚਾਂ ਦੀ ਕਰ ਰਹੇ ਆ, ਜਾਂ ਤੁਹਾਡੇ ਕੋਲ ਪਿਆਜ਼ ਦੀ ਪਨੀਰੀ ਹੈ। ਇਸੇ ਤਰ੍ਹਾਂ ਤੁਸੀਂ ਹੋਰ ਵੀ ਪਹਿਲਾਂ ਗੋਭੀ ਦੀ ਪਨੀਰੀ ਵੀ ਤੁਸੀਂ ਦੱਸਿਆ ਸੀ ਬਣਾ ਕੇ, ਤੇ ਤੁਸੀਂ ਵੱਖ ਤਰ੍ਹਾਂ ਦੀ ਸਬਜ਼ੀਆਂ, ਸਿਆਲੀ ਸਬਜ਼ੀਆਂ ਦੀ ਪਨੀਰੀ ਤੁਸੀਂ ਉੱਤੇ ਸੇਲ ਕਰ ਰਹੇ ਹੋ, ਔਰ ਬਹੁਤ ਵਧੀਆ ਕੰਮ ਜਿਹੜਾ ਵਾ, ਕਿਉਂਕਿ ਜਿੱਥੇ ਦਾਲਾਂ ਦੀ ਕਾਸ਼ਤ ਵੀ ਕਰ ਰਹੇ ਆ, ਸਬਜ਼ੀਆਂ ਦੀ ਵੀ ਕਾਸ਼ਤ ਕਰਕੇ ਨਾਲ ਸਬਜ਼ੀਆਂ ਦੀ ਜਿਹੜੀ ਆ ਪਨੀਰੀ ਵੀ ਤਿਆਰ ਕਰਕੇ ਇੱਕ ਆਪਣੇ ਸੇਲ ਪੁਆਇੰਟ ਤੋਂ ਇਹ ਸੇਲ ਕਰ ਰਹੇ ਆ। ਔਰ ਜਿੱਥੇ ਬੜੀ ਵੱਡੀ ਖੇਤੀ 100 ਏਕੜ ਦੀ ਖੇਤੀ ਕਰ ਰਹੇ ਆ ਕਿਸਾਨ ਵੀਰੋ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਆਪਣੇ ਹੀ ਸੇਲ ਪੁਆਇੰਟ ਤੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਦਾਲਾਂ, ਸਬਜ਼ੀਆਂ ਦੀ ਨਰਸਰੀ ਤਿਆਰ ਕਰਕੇ ਦੇ ਰਹੇ ਆ, ਔਰ ਉਹਦਾ ਵੀ ਇਹ ਲਾਇਆ ਲੈ ਰਹੇ ਆ। ਸੋ ਸਾਨੂੰ ਇਹੋ ਜਿਹੀਆਂ ਇਨੋਵੇਟਿਵ ਸੋਚ ਦੇ ਵਿੱਚ ਔਰ ਅਗਾਂਹ ਵਧੂ ਕਿਸਾਨ ਵੀਰ ਜਿਹੜੇ ਆਪਣੇ ਇਹ ਸੰਦੇਸ਼ ਆ ਸਾਰਿਆਂ ਲਈ, ਔਰ ਇਹਨਾਂ ਤੋਂ ਆਪਾਂ ਨੂੰ ਸਿੱਖਣ ਦੀ ਵੀ ਲੋੜ ਆ ਕਿ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਕਿਚਨ ਗਾਰਡਨਿੰਗ, ਭਾਵੇਂ ਸਬਜ਼ੀਆਂ ਦੀ ਲੋੜ ਆ, ਦਾਲਾਂ ਪੂਰੀਆਂ ਕਰੀਏ, ਬਾਰ-ਬਾਰ ਮੈਂ ਉਹੀ ਕਹਿ ਰਿਹਾ, ਤੇ ਆਪਾਂ ਵੀ ਆਪਣੇ ਸੇਲ ਪੁਆਇੰਟ ਬਣਾ ਕੇ ਆਪਣੇ ਫਸਲਾਂ ਦੀ ਵੈਲਿਊਡੇਸ਼ਨ ਕਰਕੇ, ਇੰਟਰਕ੍ਰੋਪਿੰਗ ਕਰਕੇ ਕਮਾਦ ਦੇ ਵਿੱਚ ਤਰ੍ਹਾਂ ਕੀਤੀ ਆ। ਇਹੋ ਜਿਹੇ ਜਿਹੜੇ ਰਿਸਰਚ ਦੇ ਕੰਮਾਂ ਵੱਲ ਧਿਆਨ ਦੇ ਕੇ ਜੇ ਖੇਤੀਬਾੜੀ ਕਰਨੀ ਤਾਂ ਬਹੁਤ ਵਧੀਆ ਤਰੀਕੇ ਨਾਲ ਕਰਕੇ ਇਹਦਾ ਫਾਇਦਾ ਲਈਏ। ਸੋ ਕਿਸਾਨ ਵੀਰੋ, ਇਸੇ ਤਰ੍ਹਾਂ ਜਿਸ ਤਰ੍ਹਾਂ ਹਰਿੰਦਰ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਨੇ ਕਮਾਦ ਦੀ ਜਿਹੜੀ ਬਿਜਾਈ ਆ ਕਰਦੇ ਆ, ਉਹ ਵੀ ਪਰਟੀਕੂਲਰ ਮੈਂ ਦੱਸਣਾ ਚਾਹਾਂਗਾ ਕਿ ਇਹਨਾਂ ਦਾ ਜਿਹੜਾ ਮੇਨ ਕੰਮ ਜਿਹੜਾ ਕਾਸ਼ਤ ਤੱਕ ਕਮਾਦ ਦੀ ਕਰਦੇ ਆ, ਔਰ ਕਿਸਾਨਾਂ ਨੂੰ ਵੀ ਹੋਰਨਾਂ ਨੂੰ ਵੀ ਇਹ ਤੋਂ ਪ੍ਰੇਰਨਾ ਦਿੰਦੇ, ਔਰ ਨਰਸਰੀ ਦਿੰਦੇ ਆ। ਉਹ ਲਈ ਤੁਸੀਂ ਕਮਾਦ ਦੀ ਨਰਸਰੀ ਤਿਆਰ ਕਰ ਦਿਓ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸ ਦਿਓ, ਤੇ ਆਉਣ ਵਾਲੇ ਸਮੇਂ 'ਚ ਤੁਹਾਡੀ ਉਹ ਜਿਹੜੀ ਕਮਾਦ ਦੀ ਬਿਜਾਈ ਹੋਏਗੀ ਉਹਦੀ ਸਾਰੀ ਬਣਾ ਕੇ ਵੀਡੀਓ ਅਸੀਂ ਆਪਣੇ ਫਾਰਮਰਸ ਨੂੰ, ਆਪਣੇ ਦਰਸ਼ਕਾਂ ਨੂੰ ਪੇਸ਼ ਕਰਾਂਗੇ। ਸਰ ਇਸ ਤਰ੍ਹਾਂ, ਕਿਉਂਕਿ ਜਿਹੜਾ ਗੰਨਾ ਵਾ ਇਹ ਬੜੀ ਵਧੀਆ ਫਸਲ ਆ, ਪਰ ਇਹਦੇ ਵਾਸਤੇ ਸਾਨੂੰ ਇਹਦਾ ਜਿਹੜਾ ਸੀਡ ਆ ਨਾ ਜੀ, ਉਹ ਕਿਤੇ ਵੀ ਮਾਰਕੀਟ ਤੋਂ, ਕਿਉਂਕਿ ਇਹਦਾ ਸੀਡ ਸਟੋਰ ਨਹੀਂ ਹੋ ਸਕਦਾ, ਠੀਕ ਆ, ਸਾਨੂੰ ਲੈਣ 'ਚ ਹਰ ਕਿਸਾਨ ਨੂੰ ਮੁਸ਼ਕਲ ਆਉਂਦੀ। ਇਸ ਕਰਕੇ ਇਹਦੇ ਵਾਸਤੇ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਜਾਂ ਤੇ ਅਸੀਂ ਇਹਨੂੰ ਟਿਸ਼ੂ ਕਲਚਰ ਦੇ ਨਾਲ ਇਹਦਾ ਬੀਜ ਤਿਆਰ ਕਰੀਏ, ਜਿਵੇਂ ਉਹਦੇ ਪੌਦੇ ਮਿਲਦੇ ਵੀ ਆ, ਜਾਂ ਅਸੀਂ ਆਪਣੇ ਤਰੀਕੇ ਨਾਲ ਸਿੰਗਲ ਵੱਢ ਦੇ ਨਾਲ ਵੀ ਇਹਨੂੰ ਅਸੀਂ ਤਿਆਰ ਕਰ ਸਕਦੇ ਹਾਂ। ਠੀਕ ਆ। ਸਾਡੇ ਗੰਨੇ ਦੇ ਵਿੱਚ ਕਿਤੇ ਵੀ ਤੁਸੀਂ ਬਿਮਾਰੀ ਨਹੀਂ ਦੇਖ ਸਕਦੇ। ਆਮ ਇਸ ਵਾਰ ਰੈੱਡ ਰੋਟ 238 ਨੂੰ ਬਹੁਤ ਆਇਆ। ਇਸ ਤੋਂ ਇਲਾਵਾ ਹੋਰ ਬਿਮਾਰੀਆਂ ਜਿਵੇਂ ਟੌਪ ਬੋਰਰ ਜਾਂ ਸਮੱਟ, ਫੰਗਸ ਦੀਆਂ ਬੜੀਆਂ ਬਿਮਾਰੀਆਂ, ਪਰ ਸਾਡੇ ਬਿਮਾਰੀ ਨਾ ਆਉਣ ਦਾ ਕਾਰਨ ਇਹੀ ਆ ਕਿਉਂਕਿ ਜਦੋਂ ਅਸੀਂ ਇਹਦੀ ਨਰਸਰੀ ਤਿਆਰ ਕਰਦੇ ਹਾਂ ਤੇ ਇਹਦੇ ਨਾਲ ਉਹਦਾ ਸੀਡ ਟਰੀਟਮੈਂਟ ਪ੍ਰੋਪਰ ਹੋ ਜਾਂਦਾ। ਸੀਡ ਅਸੀਂ ਵਧੀਆ ਸੀਡ ਜਿਹੜਾ ਵਾ ਉਹਦੇ ਨਾਲ ਅਸੀਂ ਇਹਦੀ ਨਰਸਰੀ ਤਿਆਰ ਕਰ ਸਕਦੇ ਹਾਂ। ਜਿਵੇਂ ਹੁਣ ਇਸ ਵਾਰ ਨਵੀਂ ਵੈਰਾਈਟੀ ਆਈ ਆ ਆਪਣੀ ਪੰਜਾਬ ਦੀ COPB 95, ਇਸ ਤੋਂ ਇਲਾਵਾ CO 15023 ਵੈਰਾਈਟੀ, ਇਹ ਦੋਵੇਂ ਅਗੇਤੀਆਂ ਕਿਸਮਾਂ ਜਿਨ੍ਹਾਂ ਨੇ ਕਾਫੀ ਇਸ ਵਾਰ ਇਹਦਾ ਸੀਡ ਜਿਹੜਾ ਪੰਜਾਬ ਦੇ ਵਿੱਚ ਡਿਮਾਂਡ ਤੇ ਸ਼ਾਰਟੇਜ ਹੀ ਰਹੀ ਹੈ, ਬੀਜ ਪੂਰਾ ਹੀ ਨਹੀਂ ਹੋਇਆ। ਠੀਕ ਆ। ਤੇ ਇਹ ਨਵੀਆਂ ਕਿਸਮਾਂ ਹੁਣ ਜੇ ਅਸੀਂ ਉੱਦਾਂ ਸੀਡ ਪਾਈਏ ਤਾਂ ਸਾਡਾ 25 ਤੋਂ 30 ਕੁਇੰਟਲ ਬੀਜ ਜਿਹੜਾ ਉਹ 1 ਏਕੜ ਦਾ ਪੈਂਦਾ, ਪਰ ਜੇ ਅਸੀਂ ਸਿੰਗਲ ਬੜ ਦੇ ਨਾਲ ਲਾਈਏ 6-7 ਕੁਇੰਟਲ ਦੇ ਨਾਲ ਅਸੀਂ 1 ਏਕੜ ਲਾ ਸਕਦੇ ਹਾਂ। ਤੇ ਜੇ ਸਾਨੂੰ ਸੀਡ ਮਹਿੰਗਾ ਵੀ ਕਿਤੋਂ ਮਿਲਦਾ ਤੇ ਅਸੀਂ 5 ਕੁਇੰਟਲ ਲੈ ਕੇ ਆਪਣਾ 1 ਏਕੜ ਦੀ ਪਨੀਰੀ ਤਿਆਰ ਕਰਕੇ ਉਹਨੂੰ ਆਉਣ ਵਾਲੇ ਸਮੇਂ 'ਚ ਅਸੀਂ ਵਧਾ ਸਕਦੇ ਹਾਂ। ਤੇ ਸਾਨੂੰ ਵਧੀਆ ਕੁਆਲਿਟੀ ਸੀਡ ਦੀ ਮਿਲਦੀ ਆ ਤੇ ਵਧੀਆ ਸਾਨੂੰ ਉਹਦੇ ਤੋਂ ਜਿਹੜੀ ਆ ਉਹ ਝਾੜ ਸਾਨੂੰ ਜਿਹੜਾ ਉਹ ਮਿਲਦਾ। ਇਸ ਕਰਕੇ ਅਸੀਂ ਇਹਦਾ ਨਾਰੀਅਲ ਦੇ ਬੂਰੇ ਦੇ ਵਿੱਚ ਟਰੇਆਂ ਦੇ ਵਿੱਚ ਸਿੰਗਲ ਵੱਢ ਜਿਹੜੀ ਆ ਉਹ ਬਣਾ ਕੇ ਤਿਆਰ ਕਰਦੇ ਆ, ਜਿਹਦੇ ਨਾਲ ਸਾਨੂੰ ਵਧੀਆ ਝਾੜ ਮਿਲਦਾ
ਔਰ ਤੁਸੀਂ ਸੇਲ ਵੀ ਕਰਦੇ ਹੋ, ਔਰ ਇਹਦੀ ਜਿਹੜੀ ਨਰਸਰੀ ਤੁਸੀਂ ਦੱਸਿਆ ਸੇਲ ਵੀ ਕਰਦੇ ਹੋ, ਤੇ ਇਹ ਵੀ ਇੱਕ ਬੜਾ ਵਧੀਆ ਗੱਲ ਆ ਕਿ ਹੋਰਨਾਂ ਕਿਸਾਨਾਂ ਨੂੰ ਤੁਸੀਂ ਇਹ ਇਸ ਤਰ੍ਹਾਂ ਦੀ ਜਿਹੜੀ ਆ ਨਰਸਰੀ ਲਗਾਉਣ ਲਈ ਤੁਸੀਂ ਪ੍ਰੇਰਿਤ ਕਰਦੇ ਹੋ। ਸੋ ਇਹ ਬਹੁਤ ਵਧੀਆ। ਤੇ ਝਾੜ ਤੁਹਾਡਾ ਕਿੰਨਾ ਆਉਂਦਾ ਕਮਾਲ ਦਾ ਐਵਰੇਜ ਤੁਹਾਡਾ? ਜਿਹੜਾ ਝਾੜ ਆ ਜੀ ਉਹ ਆਮ ਰਵਾਇਤੀ ਫਸਲ ਦੇ ਨਾਲੋਂ 25% ਜਿਹੜਾ ਝਾੜ ਸਾਡਾ ਉਹ ਇਹਦੇ ਨਾਲੋਂ ਵੱਧ ਨਿਕਲਦਾ। ਠੀਕ ਆ, ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਮੈਂ ਜਿਵੇਂ ਦੱਸਿਆ ਵੀ ਇਹਦੀ ਰਿਕਵਰੀ ਵੀ ਸਾਡੀ ਵੱਧ ਆ, ਕਿਉਂਕਿ ਗੈਪ ਜ਼ਿਆਦਾ। ਠੀਕ ਆ, ਕਿਉਂਕਿ ਹੁਣ ਕਿਸਾਨਾਂ ਨੂੰ ਅਸੀਂ ਆਮ ਸੁਣਦੇ ਆ ਵੀ ਜਿੰਨਾ ਵੀ ਫਸਲ ਨੂੰ ਅਸੀਂ ਦੂਰ ਬੀਜਾਂਗੇ ਉਹਦੇ ਵਿੱਚ ਹਵਾ ਪਏਗੀ, ਧੁੱਪ ਪਏਗੀ, ਉਹਨਾਂ ਉਹਦਾ ਝਾੜ ਵਧੇਗਾ, ਉਹਦੀ ਕੁਆਲਿਟੀ ਵਧੀਆ ਬਣੇਗੀ। ਹੁਣ ਵੇਖੋ ਆਪਾਂ ਜਿਵੇਂ ਗੰਨੇ ਦੀ ਗੱਲ ਕਰ ਰਹੇ ਉਵੇਂ ਆਪਾਂ ਮਸਰ ਛੋਲੇ ਜਿਹੜੇ ਆ, ਹੁਣ ਆਮ ਅਸੀਂ ਛੋਲਿਆਂ ਦਾ ਸੀਡ 20 ਕਿਲੋ ਜਾਂ 25 ਕਿਲੋ ਏਕੜ 'ਚ ਪਾਉਂਦੇ ਆ, ਪਰ ਸੀਡਰ ਦੇ ਨਾਲ ਸਾਡਾ 7 ਕਿਲੋ ਇੱਕ ਏਕੜ 'ਚ ਲੱਗਾ, ਪਰ ਸਾਡਾ ਜਿਹੜਾ ਝਾੜ ਆ ਉਹ ਪੂਰਾ ਨਿਕਲ ਰਿਹਾ। ਇਦਾਂ ਹੀ ਸਾਡਾ ਗੰਨਾ ਵਾ, ਉਹਦੇ ਨਾਲ ਸਾਡਾ ਬੀਜ ਘੱਟ ਤੇ ਝਾੜ ਜਿਹੜਾ ਸਾਡਾ ਉਹ ਵੱਧ ਨਿਕਲਦਾ। ਸੋ ਇਹਦਾ ਕਿਸਾਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ, ਆਪਣੇ ਭਰਾਵਾਂ ਨੂੰ ਵੀ, ਸਾਨੂੰ ਇਸ ਤਰੀਕੇ ਵੱਲ ਆਉਣਾ ਚਾਹੀਦਾ, ਆਪਣੇ ਖਰਚੇ ਘਟਾਉਣੇ ਚਾਹੀਦੇ ਆ ਤੇ ਜ਼ਹਿਰਾਂ ਤੋਂ ਬਚੀਏ ਤੇ ਆਪਣੇ ਜਿਹੜੀ ਆਮਦਨ ਸਾਡੀ ਜਿਹੜੀ ਆ ਉਹ ਵਧਾਉਣ ਨਾਲੋਂ ਪਹਿਲਾਂ ਅਸੀਂ ਉਹਦਾ ਲਾਗਤ ਖਰਚਾ ਘਟਾਈਏ। ਠੀਕ ਆ, ਫਿਰ ਹੀ ਅਸੀਂ ਆਪਣੀ ਜਿਹੜਾ ਆਪਾਂ ਖੁਸ਼ਹਾਲ ਜਿਹੜਾ ਵਾ ਉਹ ਆਪਣਾ ਜੀਵਨ ਜਿਹੜਾ ਉਹ ਬਣਾ ਸਕਦੇ ਹਾਂ। ਬਹੁਤ ਵਧੀਆ ਹਰਿੰਦਰ ਸਿੰਘ ਜੀ ਨੇ ਜੋ ਅੱਜ ਗੱਲਬਾਤ ਕੀਤੀ ਆ ਕਿਸਾਨ ਵੀਰੋ, ਕਿ ਅੱਜ ਜਿਵੇਂ ਸਾਨੂੰ ਅੱਜ ਸਮੇਂ ਦੀ ਲੋੜ ਆ ਕਿ ਸਾਨੂੰ ਸਾਰਿਆਂ ਹੀ ਪਾਸੇ ਆਪਣੇ ਜਿਹੜੀਆਂ ਉਹ ਕੰਮ ਕਰਨ ਦੀ ਲੋੜ ਆ। ਬੇਸ਼ੱਕ ਉਹ ਆਪਣੀ ਖੇਤੀਬਾੜੀ ਦੇ ਨਾਲ ਸਾਨੂੰ ਆਪਣਾ ਫਸਲਾਂ ਦੀ ਵੈਲਿਊ ਐਡੀਸ਼ਨ ਕਰਕੇ, ਆਪਣੇ ਸੇਲ ਪੁਆਇੰਟ ਬਣਾ ਕੇ, ਨਰਸਰੀ ਤਿਆਰ ਕਰਕੇ, ਜਾਂ ਹੋਰ ਵੀ ਤੁਸੀਂ ਕੰਮ ਜਿਹੜੇ ਆ ਨਵੇਕਲੇ ਕੰਮ ਜਿਹੜੇ ਤੁਸੀਂ ਜਿੱਥੇ ਜਿੱਥੇ ਵੀ ਕਿਸਾਨ ਵੀਰ ਕੋਈ ਹੋਰ ਕਰ ਰਹੇ ਆ, ਸੋ ਸਾਨੂੰ ਉਹ ਕਰਕੇ ਆਪਣੇ ਜਿਹੜੇ ਇਨਕਮ ਦੇ ਸੋਰਸ ਵਧਾਉਣੇ ਚਾਹੀਦੇ ਆ, ਔਰ ਜ਼ਹਿਰਾਂ ਤੋਂ ਮੁਕਤ ਹੋਣਾ ਚਾਹੀਦਾ। ਔਰ ਘਰ ਵਾਸਤੇ ਜਿਹੜੀ ਮੈਂ ਖਾਸ ਕਰਕੇ ਦੁਬਾਰਾ ਕਹੂੰਗਾ ਕਿ ਸਾਨੂੰ ਦਾਲਾਂ ਦੀ, ਆਪਣੀ ਸਬਜ਼ੀਆਂ ਦੀ, ਗੁੜ ਦੀ, ਜਿਵੇਂ ਕਿਸਾਨ ਵੀਰ ਗੁੜ ਵੀ ਕੱਢ ਕੇ ਬੜਾ ਵਧੀਆ ਉਹਦਾ ਕੰਮ ਕਰ ਰਹੇ ਆ, ਔਰ ਉਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਉਹਦੇ ਬਾਰੇ ਗੁੜ ਜਿਹੜੀ ਵਧੀਆ ਬਣਾ ਕੇ ਤਿਆਰ ਕਰਕੇ ਜਿਹੜੀਆਂ ਵੀਡੀਓਜ਼ ਵੀ ਤੁਹਾਨੂੰ ਤੇ ਜ਼ਰੂਰ ਦੱਸਾਂਗੇ। ਸੋ ਇਹ ਸਨ ਹਰਿੰਦਰ ਸਿੰਘ ਹੋਣੀ। ਸੋ ਇਹ YouTube ਚੈਨਲ ਤੋਂ ਤੁਹਾਨੂੰ ਅਸੀਂ ਜਿਹੜੀਆਂ ਬਹੁਤ ਨਵੇਕਲੇ ਕੰਮ ਜਿੱਥੇ ਕਿਸਾਨ ਕਰ ਰਹੇ ਆ, ਜਾਂ ਬਹੁਤ ਵਧੀਆ ਕੰਮ ਮੈਨੂਫੈਕਚਰਰ ਕਰ ਰਹੇ ਆ, ਖੇਤੀ ਮਸ਼ੀਨਰੀ ਖਾਸ ਕਰਕੇ ਇੱਥੇ ਵਧੀਆ ਬਣ ਰਹੀ ਆ, ਔਰ ਜਿਹੜੀ ਰਿਸਰਚ ਦੀ ਮਸ਼ੀਨਰੀ ਲੇਟੈਸਟ ਤੁਹਾਨੂੰ ਸਾਰੀ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਅਸੀਂ ਦਿੰਦੇ ਆ ਰਹੇ ਹਾਂ। ਤੁਸੀਂ ਇਸੇ ਤਰ੍ਹਾਂ ਸਾਡੇ YouTube ਨਾਲ ਜੁੜੇ ਰਹੋ ਤੇ ਇਸ ਤਰ੍ਹਾਂ ਤੁਹਾਨੂੰ ਅਗਲੇ ਦੇ ਹੋਰ ਵੀ ਵਧੇਰੇ ਜਾਣਕਾਰੀ ਜਿਹੜੀ ਦਿੱਤੀ ਜਾਵੇਗੀ। ਧੰਨਵਾਦ।